ਬਲਦੇਵ ਸਿੰਘ ਦੀ ਪੁਸਤਕ ਨਾਗਵਲ ਦੀ ਅਗਲੀ ਕਹਾਣੀ ਹੈ ਇੱਕ ਸਵਾਲ। ਉਸ ਦਿਨ ਬਾਰਿਸ਼ ਪੂਰੇ ਜ਼ੋਰਾਂ ਤੇ ਸੀ। ਜ਼ਿੰਦਗੀ 'ਚ ਕਈ ਵਾਰ ਅਚਾਨਕ ਅਜਿਹੇ ਵਿਅਕਤੀ ਮਿਲਦੇ ਹੈ, ਕਿਸੇ ਹਾਦਸੇ ਬਾਰੇ ਜਾਂ ਘਟਨਾ ਬਾਰੇ ਤੁਹਾਡਾ ਪੂਰਾ ਨਜ਼ਰੀਆ ਬਦਲ ਕੇ ਰੱਖ ਦਿੰਦੇ ਹੈ। ਇਸੇ ਸਾਉਣ ਮਹੀਨੇ ਦੀ ਗੱਲ ਹੈ। ਆਪਣੇ ਦੋਸਤ ਕੁਲਦੀਪ ਸਿੰਘ ਦੇ ਕਾਰਖਾਨੇ 'ਚ ਘਿਰਿਆ ਬੈਠਾ ਸੀ। ਅਸਮਾਨ ਪੂਰਾ ਝੁਕਿਆ ਹੋਇਆ ਸੀ। ਲੱਗਦਾ ਸੀ ਜਿਵੇਂ ਦੁਪਹਿਰ ਵੇਲੇ ਹੀ ਰਾਤ ਪੈ ਗਈ ਹੋਵੇ। ਰਾਤ ਵੀ ਡਰਾਉਣੀ, ਰਹੱਸਮਈ, ਭੂਤ ਪ੍ਰੇਤਾਂ ਦੀਆਂ ਕਹਾਣੀਆਂ ਵਿਚਾਲੇ ਵਾਤਾਵਰਨ ਜਿਹੀ ਇੰਨੇ ਨੀਵੇਂ ਬੱਦਲ ਪਹਿਲਾਂ ਕਦੀ ਨਹੀਂ ਸੀ ਵੇਖੇ। ਕਾਰਖਾਨੇ ਦੇ ਪਿਛਲੇ ਪਾਸੇ ਵਰਾਂਡੇ 'ਚ ਬੈਠਿਆਂ ਸਾਨੂੰ ਸਾਹਮਣੀ ਸੜਕ ਤੇ ਕੁਝ ਵੀ ਸਪਸ਼ਟ ਵਿਖਾਈ ਨਹੀਂ ਸੀ ਦਿੰਦਾ। ਮੀਂਹ ਲਗਾਤਾਰ ਪਈ ਜਾ ਰਿਹਾ ਸੀ। ਟੋਏ ਟਿੱਬੇ ਮੁਹੱਲਿਆਂ 'ਚ ਤਾਂ ਕਮਿਊਨਿਜ਼ਮ ਆ ਗਿਆ। ਪਾਣੀ ਨੇ ਉੱਚੇ ਨੀਵੇਂ ਥਾਂ ਬਰਾਬਰ ਕਰ ਦਿੱਤੇ ਤੇ ਮੇਰਾ ਦੋਸਤ ਵਿਅੰਗ ਨਾਲ ਹੱਸਿਆ। ਮੀਂਹ ਦਾ ਰੁੱਖ ਵੇਖ ਕੇ ਮੈਂ ਜਾਣਾ ਚਾਹਿਆ ਤੇ ਉੱਠ ਖਲੋਤਾ। ਹੱਦ ਹੋ ਗਈ ਤੇਰੀ ਵੀ, ਭਲਾ ਸਕੂਟਰ ਲੰਘ ਜੂ ਇੱਥੋਂ ਦੀ? ਸਾਰਾ ਮਹੱਲਾ ਤੇ ਫੈਕਟਰੀਆਂ ਤਾਂ ਧਰੀਆਂ ਫਿਰਦੀਆਂ। ਇੱਥੇ ਤਾਂ ਡੱਲ ਝੀਲ ਦੇ ਨਜ਼ਾਰੇ ਹੀ ਐਂ ਹੀ ਬਣਦੇ ਆ ਹਰ ਸਾਲ। ਸ੍ਰੀਨਗਰ ਜਾਣ ਦੀ ਲੋੜ ਨਹੀਂ। ਬਹਿ ਜਾ ਚੁੱਪ ਕਰਕੇ। ਜੇ ਮੀਂਹ ਹਟ ਗਿਆ ਤਾਂ ਮੌਸਮ ਸੈਲੀਬ੍ਰੇਟ ਕਰਾਂਗੇ। ਕੁਲਦੀਪ ਨੇ ਮੈਨੂੰ ਖਿੱਚ ਕੇ ਫਿਰ ਬਿਠਾ ਲਿਆ। ਤੀਸਰੀ ਵਾਰ ਚਾਹ ਆ ਗਈ। ਮੈਂ ਗਲਾਸ ਚੁੱਕਿਆ ਹੀ ਸੀ, ਬਾਹਰ ਇੱਕ ਜੀਪ ਆ ਕੇ ਰੁਕੀ। ਭਿੱਜੀ ਸਲਾਬੀ ਆਵਾਜ਼। ਅਸੀਂ ਦੋਵੇਂ ਹੈਰਾਨ ਹੋਏ, ਇੱਕ ਦੂਸਰੇ ਵੱਲ ਝਾਕੇ। ਇੰਨੇ ਮੀਂਹ ਤੇ ਝੱਖੜ 'ਚ ਕੌਣ ਹੋਏਗਾ? ਇੱਕ ਪ੍ਰਸ਼ਨ ਸਾਡੇ ਦੋਹਾਂ ਦੇ ਵਿਚਕਾਰ ਲਟਕ ਗਿਆ। ਇੰਨੇ ਨੂੰ ਜੀਪ ਸਟਾਰਟ ਹੀ ਛੱਡ ਕੇ ਫੌਜੀ ਬਰਸਾਤੀ 'ਚ ਨੁੱਚੜਦਾ ਇੱਕ ਲੰਮਾ ਤਕੜਾ ਬੰਦਾ ਪੈਰ ਛੰਡਦਾ ਸਾਡੇ ਕੋਲ ਆ ਖੜਾ। ਦੋਸਤ ਧਾ ਕੇ ਉੱਠਿਆ। ਹੈਲੋ ਮੇਜਰ। ਉਹਨਾਂ ਭਿੱਜੇ ਸੁੱਕੇ ਹੱਥ ਮਿਲਾਏ। ਮੇਰੇ ਵੱਲ ਇੱਕ ਨਜ਼ਰ ਤੱਕਿਆ। ਸੌਰੀ, ਇੱਕ ਮਿੰਟ, ਮੈਂ ਗੱਡੀ ਬੰਦ ਕਰ ਆਵਾਂ। ਕਾਹਲੀ ਨਾਲ ਮੁੜ ਕੇ ਉਹ ਬਾਹਰ ਖੜੇ ਪਾਣੀ 'ਚ ਛਲਪਕ ਕਰਕੇ ਤੁਰ ਪਿਆ। ਵਾਪਸ ਆ ਕੇ ਉਹਨੇ ਬਰਸਾਤੀ ਲਾਈ, ਪੱਗ ਉੱਪਰਲਾ ਟੋਪ ਉਤਾਰਿਆ ਤੇ ਜਦੋਂ ਇੱਧਰ ਉੱਧਰ ਫਿਰ ਤੁਰ ਰਿਹਾ ਸੀ ਤਾਂ ਮੈਂ ਦੇਖਿਆ ਉਹਦੇ ਭਾਰ ਨਾਲ ਬੂਟਾਂ 'ਚ ਪਏ ਪਾਣੀ ਦੇ ਫੁਹਾਰੇ ਬਾਹਰ ਨਿਕਲ ਰਹੇ ਸਨ। ਦੋਸਤ ਮੇਰੇ ਵੱਲ ਮੁਖਾਤਿਬ ਹੋਇਆ। ਇਹ ਮੇਜਰ ਸਾਹਿਬ ਤੇਰੇ ਵਾਂਗ ਹੀ ਅੱਛੇ ਦੋਸਤ ਨੇ ਮੇਰੇ, ਹੁਣ ਰਿਟਾਇਰ ਨੇ। ਤੇ ਮੇਜਰ ਸਾਹਿਬ ਇਹ ਇੱਥੇ ਟਰਾਂਸਪੋਰੇਟਰ ਨੇ। ਕੁਲਦੀਪ ਨੇ ਮੇਰੇ ਵੱਲ ਇਸ਼ਾਰਾ ਕੀਤਾ। ਅਸੀਂ ਹੱਥ ਮਿਲਾਏ, ਚਿਹਰੇ ਉੱਤੇ ਲਿਆਂਦੀਆਂ ਸ਼ਿਸ਼ਟਾਚਾਰਕ ਮੁਸਕਾਨਾਂ ਦਾ ਵਟਾਂਦਰਾ ਕੀਤਾ। ਕੁਲਦੀਪ ਸਿੰਘ ਵਿੱਚੋਂ ਹੀ ਬੋਲਿਆ, ਇਹ ਮੇਜਰ ਸਾਹਿਬ 1984 ਦੇ ਬਲੂ ਸਟਾਰ ਦੇ ਹੀਰੋ ਵੀ ਨੇ। ਮੈਂ ਇਹ ਨਾ ਸਮਝ ਸਕਿਆ ਕਿ ਕੁਲਦੀਪ ਸਿੰਘ ਇਹ ਭੇਦ ਉਹਨਾਂ ਦੀ ਵਡਿਆਈ 'ਚ ਦੱਸ ਰਿਹਾ ਜਾਂ ਮੇਜਰ ਤੇ ਵਿਅੰਗ ਕਰ ਰਿਹਾ। ਮੇਜਰ ਫਿੱਕਾ ਜਿਹਾ ਮੁਸਕਰਾਇਆ। ਕਾਰਖਾਨੇ ਦਾ ਨੌਕਰ ਚਾਹ ਲੈ ਆਇਆ। ਥੈਂਕ ਯੂ ਕਹਿ ਕੇ ਮੇਜਰ ਨੇ ਗਲਾਸ ਫੜ ਲਿਆ। ਵੈਰੀ ਕੁਇਕ ਸਰਵਿਸ। ਉਹ ਹੈਰਾਨ ਵੀ ਹੋਇਆ। ਦਰਅਸਲ ਕੁਲਦੀਪ ਸਿੰਘ ਦੀ ਇੱਕ ਖਾਸੀਅਤ ਸੀ, ਉਹਨੇ ਆਪਣੇ ਇੱਕ ਨੌਕਰ ਦੀ ਡਿਊਟੀ ਲਾਈ ਸੀ। ਕੋਈ ਵੀ ਗਾਹਕ ਜਾਂ ਦੋਸਤ ਕਾਰਖਾਨੇ 'ਚ ਆਉਂਦਾ ਹੈ ਤਾਂ ਪਹਿਲਾਂ ਪਾਣੀ ਦਿੱਤਾ ਜਾਏ, ਫਿਰ ਚਾਹ। ਅੱਜ ਪਾਣੀ ਦੇਵਤਾ ਤਾਂ ਉਂਝ ਹੀ ਮਿਹਰਬਾਨ ਸੀ, ਇਸ ਲਈ ਸਿੱਧੀ ਚਾਹ ਆ ਗਈ। ਲੁਧਿਆਣੇ ਜਾ ਰਿਹਾ ਸੀ। ਬਾਰਿਸ਼ ਦੇ ਜ਼ਬਰਦਸਤ ਅਟੈਕ ਨੇ ਘੇਰ ਕੇ ਇੱਧਰ ਧੱਕ ਦਿੱਤਾ। ਆ ਕੇ ਮੇਜਰ ਨੇ ਗਰਮ ਚਾਹ ਦਾ ਸੜਾਕਾ ਮਾਰਿਆ। ਫਿਰ ਉਹ ਆਪਣੀ ਗਿੱਲੀ ਦਾੜੀ ਨੂੰ ਹੱਥ ਦੀ ਤਲੀ ਨਾਲ ਸਪੰਜ ਕਰਨ ਲੱਗਾ। ਆਪਰੇਸ਼ਨ ਬਲੂ ਸਟਾਰ ਦੇ ਹੀਰੋ ਨੂੰ ਮੈਂ ਗੌਰ ਨਾਲ ਤੱਕਿਆ। ਪੁੱਠੀ ਚੜਾਈ ਲਗਭਗ ਚਿੱਟੀ ਹੋ ਗਈ। ਦਾੜੀ ਵਿੱਚ ਅਜੇ ਵੀ ਪਾਣੀ ਦੇ ਤੁਪਕੇ ਨਜ਼ਰ ਆ ਰਹੇ ਸੀ। ਗਿੱਲੀਆਂ ਮੁੱਛਾਂ ਦੇ ਕੁੰਡ ਤਰਤੀਬ 'ਚ ਸਨ। ਉਮਰ ਢਲ ਜਾਣ ਦੇ ਬਾਵਜੂਦ ਵੀ ਚੁਸਤ ਤੇ ਸਾਵਧਾਨ। ਛਾਂਟਿਆ ਸਰੀਰ, ਬਾਜ ਵਰਗੀਆਂ ਅੱਖਾਂ, ਫੌਜੀ ਸਲੀਕੇ ਨਾਲ ਬੰਨੀ ਪੱਗ, ਹੁਣ ਵੀ ਪੂਰਾ ਫਿੱਟ ਫਾਰ ਡਿਊਟੀ ਜਾਪਦਾ ਸੀ। ਬਾਹਰ ਮੀਂਹ ਹੋਰ ਵੀ ਤੇਜ਼ ਹੋ ਗਿਆ। ਹਵਾ ਦੇ ਬੁੱਲੇ ਨਾਲ ਵਾਛੜ ਸਾਡੇ ਤੱਕ ਆਈ। ਮੀਂਹ ਤਾਂ ਅਟੈਕ ਤੇ ਅਟੈਕ ਕਰੀ ਜਾਂਦਾ। ਕੁਲਦੀਪ ਸਿੰਘ ਨੇ ਫੌਜੀ ਭਾਸ਼ਾ 'ਚ ਮੇਜਰ ਨੂੰ ਛੇੜਿਆ ਤੇ ਵਾਛੜ ਤੋਂ ਬਚਣ ਲਈ ਕੁਰਸੀ ਖਿੱਚ ਕੇ ਕੰਧ ਨਾਲ ਲਾ ਲਈ। ਫੌਜੀ ਨੇ ਹੱਸਣ ਵਰਗਾ ਮੂੰਹ ਬਣਾਇਆ, ਹੱਸਿਆ ਨਹੀਂ। ਮੁੱਛਾਂ ਜਰਾ ਕੁਬਰੀਆਂ ਤਾਂ ਉਹਦਾ ਚਿਹਰਾ ਕੁਝ ਸ਼ਰਾਰਤੀ ਬਣ ਗਿਆ। ਅੱਖਾਂ 'ਚ ਚਮਕ ਆ ਗਈ। ਅਸੀਂ ਵੀ ਕੁਰਸੀਆਂ ਖਿਸਕਾ ਕੇ ਕੰਧ ਨਾਲ ਕਰ ਲਈਆਂ। ਚਾਹ ਤੋਂ ਪਿੱਛੋਂ ਰਮ ਚੱਲੇਗੀ ਮੇਜਰ ਸਾਹਿਬ? ਕੁਲਦੀਪ ਨੂੰ ਠੰਡ ਲੱਗ ਰਹੀ ਸੀ, ਉਹਨੇ ਧੁੜ-ਧੁੜੀ ਲਈ। ਰਮ ਤਾਂ ਦੌੜੇਗੀ ਕੁਲਦੀਪ ਸਿੰਘ, ਪਰ ਮੈਂ ਲੁਧਿਆਣੇ ਜ਼ਰੂਰੀ ਪਹੁੰਚਣਾ ਤੇ ਉੱਥੇ ਸ਼ਰਾਬ? ਨੋ ਥੈਂਕਸ, ਆਖ ਕੇ ਉਹਨੇ ਚਾਹ ਦਾ ਘੁੱਟ ਭਰਿਆ। ਮੀਂਹ ਰੁਕਣ ਦੇ ਆਸਾਰ ਘੱਟ ਹੀ ਸਨ। ਮੇਜਰ ਵੀ ਜਾਣ ਲਈ ਕਾਹਲਾ ਸੀ ਤੇ ਮੈਂ ਵੀ, ਪਰ ਮੀਂਹ ਆਖ ਰਿਹਾ ਸੀ, ਹਿੱਲ ਕੇ ਵਿਖਾ। ਮੇਜਰ ਸਿੰਘ, ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਂ ਇੱਕ ਦੁੱਖ ਦੀ ਰਗ ਛੇੜਨ ਦੀ ਗੁਸਤਾਖੀ ਕਰ ਸਕਦਾ? ਜੱਕਦਿਆਂ ਮੈਂ ਗੱਲ ਕੀਤੀ। ਦੁੱਖ ਦੀ ਰਗ? ਮੇਜਰ ਚਾਹ ਦੀ ਘੁੱਟ ਭਰਨ ਲੱਗਾ, ਥਾਂ ਰੁਕ ਗਿਆ। ਚਿਹਰਾ ਹੈਰਾਨੀ ਨਾਲ ਕੱਸਿਆ ਗਿਆ। ਤੁਹਾਡੀ ਪੰਜਾਬ ਹਿੰਦ ਜੰਗ ਬਾਰੇ ਕੁਝ? ਮੇਰਾ ਭਾਵ ਆਪਰੇਸ਼ਨ ਬਲੂ ਸਟਾਰ ਤੋਂ ਹੈ। ਕੁਝ ਜਾਣ ਸਕਦਾ ਉਸ ਬਾਰੇ?
ਯੂ ਆਰ ਵੈਲਕਮ। ਬਿਨਾਂ ਸ਼ੱਕ ਜਾਣ ਸਕਦੇ ਹੋ ਤੁਸੀਂ, ਪਰ ਇੱਕ ਗੱਲ, ਉਹਦੀਆਂ ਤੇਜ਼ ਅੱਖਾਂ ਸੁੰਗੜੀਆਂ। ਆਪਣੀ ਆਰਮੀ ਦੀ ਸੀਕ੍ਰੇਸੀ ਬਾਰੇ ਤੇ ਆਪਣੇ ਸਰਕਾਰ ਬਾਰੇ ਕੁਝ ਨਹੀਂ ਕਹਿ ਸਕਾਂਗਾ। ਸੌਰੀ ਫॉर ਦਿਸ। ਵੈਸੇ ਮਾਫ ਕਰਨਾ, ਇਹੋ ਜਿਹੇ ਪਿਆਰੇ ਮੌਸਮ 'ਚ ਜ਼ਿਕਰ ਨਾ ਖੁਸ਼ਗਵਾਰ ਹੋਏਗਾ। ਇਸ ਵਿੱਚ ਰੌਚਕ ਕੁਝ ਨਹੀਂ, ਸਭ ਤਕਲੀਫ ਦੇ ਹੈ। ਅਜੇ ਕੋਈ ਮੁਸ਼ਕਲ ਤੁਹਾਨੂੰ ਨਹੀਂ ਆਉਣ ਦਿਆਂਗਾ। ਮੈਨੂੰ ਤੁਹਾਡੀ ਲਿਮਿਟ ਦਾ ਪਤਾ। ਮੈਂ ਤਾਂ ਇਹ ਗੱਲ ਨਹੀਂ ਮਿਸਟਰ ਸਿੰਘ, ਉਹਨੇ ਮੈਨੂੰ ਟੋਕਿਆ। ਮੈਂ ਬੜਾ ਕੁਝ ਕਹਿ ਸਕਦਾ, ਦੱਸ ਸਕਦਾ। ਨਾਓ ਆਈ ਐਮ ਫਰੀ। ਜੇ ਚਾਹਾਂ ਤਾਂ ਉਹਨਾਂ ਭਿਆਨਕ ਦਿਨਾਂ ਦੀਆਂ ਬਿਟਰ ਯਾਦਾਂ ਦੀ ਇੱਕ ਪੁਸਤਕ ਲਿਖ ਸਕਦਾ, ਜਿਵੇਂ ਕੁਝ ਸਿਆਸਤਦਾਨ ਆਪਣੀ ਰਿਟਾਇਰਮੈਂਟ ਬਾਅਦ ਕਰਦੇ ਹੁੰਦੇ ਨੇ। ਪਰ ਇੱਕ ਸਿੱਖ ਅਫਸਰ ਹੋਣ ਦੇ ਨਾਤੇ ਮੇਰੀਆਂ ਜ਼ਿੰਮੇਵਾਰੀਆਂ ਕੁਝ ਵਧੇਰੇ ਹਨ। ਜੇ ਸਾਰਾ ਕੁਝ ਦੱਸਣ ਬੈਠ ਜਾਵਾਂ ਤਾਂ ਸ਼ਾਇਦ ਸਭਨਾਂ ਦੇ ਮਨਾਂ 'ਚ ਆਏ। ਇੱਕ ਸਿੱਖ ਨੇ ਤਾਂ ਅਜਿਹਾ ਸੋਚਣਾ ਹੀ ਹੋਇਆ, ਜੇ ਮੇਰੀ ਜਗ੍ਹਾ ਕੋਈ ਹਿੰਦੂ ਅਫਸਰ ਹੁੰਦਾ ਤੇ ਉਹ ਇਹਦੇ ਬਾਰੇ ਲਿਖਦਾ। ਉੱਥੇ ਕੀ ਹੋਇਆ, ਕਿੰਨੀਆਂ ਅਸੀਂ ਬੇਨਿਯਮੀਆਂ ਕੀਤੀਆਂ, ਕਿਵੇਂ ਅੰਤਰਰਾਸ਼ਟਰੀ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ, ਤਾਂ ਉਹਦੀ ਵੈਲਿਊ ਵਧੇਰੇ ਹੋਣੀ ਸੀ। ਟੂ ਬੀ ਵੈਰੀ ਫਰੈਂਕ ਮਾਈ ਫਰੈਂਡਸ, ਹੁਣ ਇਹ ਗੱਲ ਆਮ ਹੋ ਗਈ ਹੈ। ਜੇ ਹਿੰਦੂ ਪ੍ਰੈਸ ਸਿੱਖਾਂ ਦੇ ਹਿੱਤਾਂ ਦੀ ਗੱਲ ਕਰਦਾ ਹੈ ਤਾਂ ਸੁਣੀ ਜਾਂਦੀ ਹੈ, ਤੇ ਜੇ ਕੋਈ ਸਿੱਖ ਨੇਤਾ ਸਿੱਖਾਂ ਦੇ ਵਿਰੁੱਧ ਹੀ ਜ਼ਹਿਰ ਉਗਲਦਾ ਹੈ, ਸੁਣੀ ਜਾਂਦੀ ਹੈ। ਪਿਛਲੇ ਕੁਝ ਸਾਲਾਂ ਤੇ ਇਵੇਂ ਸਿਲਸਿਲਾ ਚੱਲ ਰਿਹਾ। ਤੁਸੀਂ ਆਪਣੇ ਭਾਈਚਾਰੇ ਵਿੱਚ ਰਹਿੰਦਿਆਂ ਆਖਰ ਲੋਕਾਂ ਨੂੰ ਬੁਰਾ ਭਲਾ ਕਹੋ, ਉਹਨਾਂ ਤੇ ਦੂਸ਼ਣ ਲਾਓ ਤਾਂ ਤੁਸੀਂ ਦੇਸ਼ ਭਗਤ, ਤੇ ਜੇ ਤੁਸੀਂ ਉਹਨਾਂ ਦੇ ਹੱਕਾਂ ਦੀ ਗੱਲ ਕੀਤੀ, ਉਹਨਾਂ ਉੱਤੇ ਹੋ ਰਹੇ ਜ਼ੁਲਮਾਂ ਦੀ ਅਨਿਆਂ ਦੀ ਆਵਾਜ਼ ਉਠਾਈ, ਤਾਂ ਤੁਸੀਂ ਫਿਰਕਾ ਪ੍ਰਸਤ ਹੋਵੋਗੇ ਤੇ ਦੇਸ਼ ਦੀ ਅਖੰਡਤਾ ਲਈ ਖਤਰਾ। ਐਮ ਰਾਈਟ? ਮੇਜਰ ਸਿੰਧ ਮੇਰੀਆਂ ਅੱਖਾਂ ਵੱਲ ਝਾਕਿਆ। ਮੇਰਾ ਇਰਾਦਾ ਤੁਹਾਨੂੰ ਕਿਸੇ ਵੀ ਸੰਕਟ ਜਾਂ ਦੁਬਿਧਾ 'ਚ ਪਾਉਣ ਦਾ ਨਹੀਂ ਹੈ। ਮੈਂ ਤਾਂ ਚਾਹਿਆ ਸੀ ਉਹਨਾਂ ਦਿਨਾਂ 'ਚ ਕੋਈ ਅਜਿਹੀ ਘਟਨਾ ਜਿਹੜੀ ਤੁਹਾਨੂੰ ਨਾ ਭੁੱਲ ਸਕਦੀ ਹੋਵੇ ਤੇ ਤੁਹਾਨੂੰ ਦੱਸਣ 'ਚ ਆਪਣੀਆਂ ਸੀਮਾਵਾਂ ਦੀ ਉਲੰਘਣਾ ਨਾ ਕਰਨੀ ਪਵੇ। ਮੇਜਰ ਕੁਝ ਪਲ ਮੇਰੇ ਵੱਲ ਪੂਰੇ ਗੌਰ ਨਾਲ ਤੱਕਦਾ ਰਿਹਾ। ਫਿਰ ਉਹ ਯਕਦਮ ਨੀਵੀਂ ਪਾ ਕੇ ਕੁਝ ਸੋਚਣ ਲੱਗਾ। ਉਹਦੇ ਮੂਡ ਨੂੰ ਵੇਖ ਕੇ ਮੈਂ ਕੁਲਦੀਪ ਸਿੰਘ ਵੀ ਚੁੱਪਚਾਪ ਬੈਠੇ ਰਹੇ। ਉਸੇ ਤਰ੍ਹਾਂ ਨੀਵੀਂ ਪਾਈ ਬੈਠਾ ਹੀ ਮੇਜਰ ਸਿੰਘ ਬੋਲਿਆ, ਆਪਰੇਸ਼ਨ ਬਲੂ ਸਟਾਰ ਦੇ ਦਿਨ ਮੇਰੀ ਆਰਮੀ ਲਾਈਫ ਦੇ ਸਭ ਤੋਂ ਦੁਖਦਾਈ ਦਿਨ ਹਨ। ਮੈਂ ਦੇਸ਼ ਲਈ ਜੰਗਾਂ ਲੜੀਆਂ ਹਨ, ਆਪਣੀ ਜਾਨ ਸੱਚਮੁੱਚ ਹਥੇਲੀ ਤੇ ਰੱਖ ਕੇ ਸਰਹੱਦਾਂ ਦੀ ਰਾਖੀ ਕੀਤੀ ਹੈ, ਪਰ ਆਪਣੇ ਲੋਕਾਂ ਨਾਲ, ਉਹ ਵੀ ਉਸ ਥਾਂ ਤੇ ਜਿਹਦੇ ਦਰਸ਼ਨ ਕਰਨ ਲਈ ਅਸੀਂ ਦਿਨ ਰਾਤ ਅਰਦਾਸਾਂ ਕਰਦੇ ਰਹਿੰਦੇ ਹੁੰਦੇ ਹਾਂ। ਮੋਰਚਿਆਂ ਵਿੱਚ ਬੈਠੇ ਆਪਣੀ ਸੁਰੱਖਿਆ ਲਈ ਉਸ ਪਵਿੱਤਰ ਸਥਾਨ ਨੂੰ ਧਿਆਉਂਦੇ ਹੁੰਦੇ ਹਾਂ। ਮਾਈ ਗॉड, ਉਸੇ ਸਥਾਨ ਤੇ ਹਮਲਾ। ਪਰ ਇੱਕ ਫੌਜੀ ਲਈ ਜਾਂ ਜੰਗ ਦੇ ਸਿਪਾਹੀ ਲਈ ਹਾਈ ਕਮਾਂਡ ਦੇ ਆਰਡਰਾਂ ਦਾ ਮਤਲਬ ਬੜਾ ਕੁਝ ਹੁੰਦਾ ਹੈ। ਉਹਨੇ ਹੌਕਾ ਲਿਆ, ਕੁਝ ਪਲ ਨੀਵੀਂ ਪਾਈ ਬੈਠਾ ਰਿਹਾ, ਫਿਰ ਇੱਕਦਮ ਦ੍ਰਿੜਤਾ ਨਾਲ ਬੋਲਿਆ, ਇਹ ਸੱਚ ਹੈ ਕਿ ਉੱਥੇ ਉਹ ਲੋਕ ਲੁਕੇ ਹੋਏ ਸੀ ਜਿਨ੍ਹਾਂ ਤੋਂ ਸਰਕਾਰ ਨੂੰ ਖਤਰਾ ਸੀ ਜਾਂ ਜਿਨ੍ਹਾਂ ਨੂੰ ਉਹ ਮੁਜਰਿਮ ਸਮਝਦੀ ਸੀ। ਪਰ ਇੱਕ ਨਾ ਇੱਕ ਦਿਨ ਉਸ ਆਪਰੇਸ਼ਨ ਲਈ ਉਹਨਾਂ ਲੋਕਾਂ ਨੂੰ ਉਹਨੇ ਦਿੱਲੀ ਵੱਲ ਇਸ਼ਾਰਾ ਕੀਤਾ। ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣੀ ਪਏਗੀ। ਉਹ ਸੱਚਮੁੱਚ ਮਹਿਸੂਸ ਕਰਨਗੇ ਗਲਤੀਆਂ ਹੋਈਆਂ ਹਨ ਜਿਨ੍ਹਾਂ ਨੂੰ ਕਦੇ ਵੀ ਸੁਧਾਰਿਆ ਨਹੀਂ ਜਾ ਸਕਦਾ। ਉਹਨਾਂ ਬਾਰੇ ਪ੍ਰਾਸ਼ਚਿਤ ਹੀ ਕੀਤਾ ਜਾ ਸਕਦਾ ਹੈ। ਖੈਰ ਛੱਡੋ ਇਹ ਗੱਲਾਂ, ਇਹ ਕਰਨੀਆਂ ਜਾਇਜ਼ ਵੀ ਨਹੀਂ। ਕਿਸੇ ਜ਼ਖਮ ਦੇ ਅੰਗੂਰ ਨੂੰ ਬਾਰ-ਬਾਰ ਕੇ ਹਟਾ ਦੇਣ ਵਾਲੀ ਗੱਲ ਹੈ। ਠੀਕ ਹੀ ਉਸ ਵਿੱਚੋਂ ਹਰ ਵਾਰ ਥੋੜਾ ਬਹੁਤ ਖੂਨ ਸੇਮੀ ਆਉਂਦਾ ਹੈ। ਹਾਂ, ਜੋ ਮੈਂ ਕਹਿ ਰਿਹਾ ਸੀ ਵੀ ਇੱਕ ਫੌਜੀ ਲਈ ਹਾਈ ਕਮਾਂਡ ਦਾ ਆਰਡਰ ਬੜਾ ਕੁਝ ਹੁੰਦਾ ਹੈ। ਸਾਨੂੰ ਅੰਨੇ ਖੂਹ 'ਚ ਛਾਲ ਮਾਰਨ ਲਈ ਹੁਕਮ ਦਿੱਤਾ ਜਾਂਦਾ ਹੈ ਤੇ ਅਸੀਂ ਅੱਖਾਂ ਬੰਦ ਕਰਕੇ ਚੁੱਪਚਾਪ ਮਾਰ ਦਿੰਦੇ ਹਾਂ। ਇਹੀ ਆਰਮੀ ਡਿਸਿਪਲਿਨ ਹੈ, ਨਹੀਂ ਤਾਂ ਵੱਖ ਕੀਤਾ ਜਾ ਸਕਦਾ ਹੈ। ਉਹਨੇ ਆਪਣੀਆਂ ਬਾਜ ਵਰਗੀਆਂ ਅੱਖਾਂ ਬੰਦ ਕੀਤੀਆਂ ਤੇ ਚੁੱਪ ਕਰ ਗਿਆ, ਨੀਵੀਂ ਪਾ ਲਈ ਤੇ ਉਹਦਾ ਹੌਕਾ ਨਿਕਲ ਗਿਆ। ਬਾਰਿਸ਼ ਉਵੇਂ ਦੀ ਉਵੇਂ ਵਰਦੀ ਰਹੀ। ਲਗਾਤਾਰ ਬੱਦਲ ਹੋਰ ਨੀਵੇਂ ਹੋ ਗਏ ਸਨ। ਕੁਦਰਤ ਦੀ ਇਹ ਆਫਤ ਬੜੀ ਖੂਬਸੂਰਤ ਤੇ ਕੌਤਕਾਂ ਭਰੀ ਜਾਪ ਰਹੀ ਸੀ। ਪਲਕ ਪਿੱਛੋਂ ਮੇਜਰ ਨੇ ਗਲਾ ਸਾਫ਼ ਕੀਤਾ ਤੇ ਬੋਲਿਆ, ਮੈਂ ਤੁਹਾਨੂੰ ਉਹਨਾਂ ਦਿਨਾਂ ਦੀ ਇੱਕ ਮਾਮੂਲੀ ਜਿਹੀ ਘਟਨਾ ਸੁਣਾਉਣੀ ਹੈ। ਇਹ ਘਟਨਾ ਮੇਰੇ ਲਈ ਬੜੀ ਵੱਡੀ ਗੱਲ ਹੈ। ਉਦੋਂ ਮੇਰੀ ਅਜੇ ਪ੍ਰਮੋਸ਼ਨ ਨਹੀਂ ਸੀ ਹੋਈ। ਮੇਰਾ ਸੀਨੀਅਰ ਆਫੀਸਰ ਇੱਕ ਬੰਗਾਲੀ ਸੀ, ਮਿਸਟਰ ਬੈਨਰਜੀ। ਰੈਂਕ ਵਿੱਚੋਂ ਮੇਰੇ ਨਾਲੋਂ ਵੱਡਾ ਸੀ, ਉਮਰ 'ਚ ਮੈਂ ਉਹਦੇ ਨਾਲੋਂ ਵੱਡਾ ਸੀ। ਆਰਮੀ 'ਚ ਪਹਿਲਾਂ ਵੀ ਕੁਝ ਸਮਾਂ ਇਕੱਠੇ ਰਹੇ ਸੀ, ਇੱਥੇ ਵੀ ਇਕੱਠੇ ਹੋ ਗਏ। ਪਹਿਲਾਂ ਤੁਹਾਨੂੰ ਆਰਮੀ ਸਲੀਕੇ ਬਾਰੇ ਦੱਸਾਂ। ਸਾਡੇ ਸੀਨੀਅਰ ਜੂਨੀਅਰ ਨਾਲ ਕਦੇ ਵੀ ਮਤਲਬ ਤੋਂ ਬਾਹਰੀ ਗੱਲ ਨਹੀਂ ਕਰਦੇ। ਕਦੇ ਕੋਈ ਮਜ਼ਾਕ ਜਾਂ ਲੂਜ਼ ਟਾਕ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਸੀਨੀਅਰ ਨੇ ਆਰਡਰ ਕਰਨਾ ਹੁੰਦਾ, ਜੂਨੀਅਰ ਨੇ ਸਲੂਟ ਮਾਰ ਕੇ ਮੰਨਣਾ ਹੁੰਦਾ। ਪਰ ਬੈਨਰਜੀ ਸਾਹਿਬ ਬੜਾ ਰੰਗੀਲਾ ਤੇ ਹਸਮੁਖ ਅਫਸਰ ਸੀ। ਆਪਣੇ ਮਾਤ-ਪਿਤਾ ਨਾਲੋਂ ਆਰਮੀ ਸਲੀਕਾ ਤੋੜ ਦਿੰਦਾ ਸੀ। ਮੈਨੂੰ ਕਦੇ ਦਾਦਾ ਕਹਿ ਕੇ ਬੁਲਾਉਂਦਾ ਹੁੰਦਾ ਸੀ, ਕਦੇ ਮਿਸਟਰ ਸਿੰਘ।
ਉਹਦੇ ਇਸ ਵਤੀਰੇ ਤੇ ਇੱਕ ਦੋ ਵਾਰ ਉਹਨੂੰ ਅਫਸਰ ਦੇ ਤੋਂ ਵਾਰਨਿੰਗ ਵੀ ਮਿਲੀ, ਪਰ ਉਹ ਘੱਟ ਹੀ ਪਰਵਾਹ ਕਰਦਾ ਸੀ। ਜੋਕਸ ਬੜੇ ਸੁਣਾਉਂਦਾ ਹੁੰਦਾ ਸੀ, ਪਤਾ ਨਹੀਂ ਇਕੱਠੇ ਕਿੱਥੋਂ ਕਰਦਾ ਸੀ। ਸੈਕਸ ਬਾਰੇ ਤੇ ਸਿੱਖਾਂ ਬਾਰੇ ਜੋਕਸ ਕਰਕੇ ਉਹ ਸਾਰੀ ਯੂਨਿਟ 'ਚ ਮਸ਼ਹੂਰ ਸੀ। ਕਈ ਅਫਸਰ ਤਾਂ ਨੂੰ ਵੇਖ ਕੇ ਹੱਸ ਪੈਂਦੇ ਸੀ। ਇੱਕ ਵਾਰ ਬੰਗਲਾਦੇਸ਼ ਦੀ ਲੜਾਈ ਵੇਲੇ ਉਹ ਦੁਸ਼ਮਣਾਂ ਦੇ ਘੇਰੇ 'ਚ ਆ ਗਿਆ, ਉਹਨਾਂ ਨੂੰ ਵੀ ਜੋਕ ਸੁਣਾਉਣ ਲੱਗ ਪਿਆ। ਉਹ ਦੱਸਦਾ ਹੁੰਦਾ ਹੈ ਕਿ ਮੈਂ ਸੋਚਿਆ ਫੜਿਆ ਤਾਂ ਗਿਆ ਹੀ ਆ, ਛਟਪਟਾਉਣ ਦਾ ਕੀ ਫਾਇਦਾ, ਕਿਉਂ ਨਾ ਤਬੀਅਤ ਖੁਸ਼ ਰੱਖੀਏ, ਮਾਰ ਤਾਂ ਦੇਣਾ ਹੀ ਹੈ, ਮਨ ਆਈਆਂ ਕਰ ਲਈਏ। ਫਿਰ ਸਭਨਾਂ ਨੂੰ ਚਕਮਾ ਦੇ ਕੇ ਉਹਨਾਂ ਦੇ ਚੁੰਗਲ ਵਿੱਚੋਂ ਬਚ ਨਿਕਲਿਆ ਸੀ। ਇਹੋ ਜਿਹਾ ਸੀ ਬੈਨਰਜੀ। ਉਹਨੂੰ ਛੇੜਨ ਲਈ ਮੈਂ ਵੀ ਬੰਗਾਲੀਆਂ ਬਾਰੇ ਕੁਝ ਜੋਕਸ ਇੱਧਰੋਂ ਉੱਧਰੋਂ ਸੁਣ ਕੇ ਯਾਦ ਕਰ ਰੱਖੇ ਸੀ, ਪਰ ਆਫੀਸਰ ਹੋਣ ਦੇ ਨਾਤੇ ਉਸ ਨਾਲ ਸਾਂਝੇ ਨਹੀਂ ਸੀ ਕੀਤੇ। ਆਪਰੇਸ਼ਨ ਬਲੂ ਸਟਾਰ ਦੇ ਦਿਨ ਹੀ ਸਾਰੇ ਪੰਜਾਬ 'ਚ ਕਰਫਿਊ ਸੀ। ਅਸੀਂ ਗਸ਼ਤ ਤੇ ਹੁੰਦੇ ਸੀ। ਹਰ ਪਾਸੇ ਸન્ਨਾਟਾ ਹੁੰਦਾ ਸੀ, ਸੁੰਨਸਰਾ। ਉਹਨਾਂ ਦਿਨਾਂ 'ਚ ਤਾਂ ਪੰਛੀ ਵੀ ਨਹੀਂ ਉੱਡਦੇ ਸੀ ਆਕਾਸ਼ ਵਿੱਚ। ਹਰ ਪਾਸੇ ਦਹਿਸ਼ਤ, ਸੋਗ, ਲਾਚਾਰੀ, ਬੇਵੱਸੀ। ਬਾਹਰੋਂ ਅਸੀਂ ਆਪਣੇ ਆਪ ਨੂੰ ਤਕੜਾ ਰੱਖਦੇ, ਪਰ ਅੰਦਰੋਂ ਬੜਾ ਕਸ਼ਟ ਸਹਿਣਾ ਪੈਂਦਾ। ਕੈਂਪ ਵਿੱਚ ਆ ਕੇ ਰੰਮ ਦੀ ਪੂਰੀ ਬੋਤਲ ਪੀ ਕੇ ਵੀ ਅਸੀਂ ਹਰਿਮੰਦਰ ਸਾਹਿਬ ਵਿੱਚ ਕੋਈ ਕਾਰਵਾਈ ਨੂੰ ਆਪਣੇ ਦਿਮਾਗ 'ਚੋਂ ਬਾਹਰ ਨਾ ਕੱਢ ਸਕਦੇ। ਅਜਿਹੇ ਦਿਨਾਂ ਦੇ ਮਾਹੌਲ ਵਿੱਚ ਇੱਕ ਦਿਨ ਗਸ਼ਤ ਕਰਦੇ ਅਸੀਂ ਸਰਹੱਦ ਵੱਲ ਨਿਕਲ ਗਏ। ਬੈਨਰਜੀ ਸਾਹਿਬ ਮੇਰੇ ਨਾਲ ਸਨ। ਬੈਠੇ ਬੈਠੇ ਮੈਨੂੰ ਆਂਦੇ, ਮਿਸਟਰ ਸਿੰਘ, ਯੂ ਨੋ ਟੂ ਸਲੀਪ ਵਿਚ ਆ ਲੇਡੀ ਵਿਦ ਇਜ਼ ਲਵ ਔਰ ਲੇਬਰ। ਮੈਂ ਬੜਾ ਹੈਰਾਨ ਹੋਇਆ। ਭਾਵੇਂ ਮੈਨੂੰ ਉਹਦੇ ਸੁਭਾਅ ਦਾ ਪਤਾ ਸੀ, ਮੈਂ ਕੁਛ ਨਾ ਬੋਲਿਆ। ਸਾਹਿਬ ਮੇਰੇ ਵੱਲ ਝਾਕਿਆ। ਮੈਂ ਜੀਪ 'ਚ ਬੈਠਾ ਹੀ ਸਾਵਧਾਨ ਹੋ ਗਿਆ। ਆਪਣੇ ਤੋਂ ਸੀਨੀਅਰ ਨਾਲ ਬੈਠ ਕੇ ਗਸ਼ਤ ਕਰਨੀ, ਚਾਹ ਪੀਣੀ ਜਾਂ ਕੁਝ ਖਾਣਾ, ਇਹ ਬੜੇ ਸਿਆਪੇ ਦਾ ਕੰਮ ਹੁੰਦਾ ਹੈ। ਐਵੇਂ ਫਾਰਮੈਲਿਟੀਆਂ 'ਚ ਪੈਣਾ ਪੈਂਦਾ ਹੈ। ਜਦੋਂ ਮੈਂ ਕੁਛ ਵੀ ਜਵਾਬ ਨਾ ਦਿੱਤਾ, बनर्जी साहब बोले, अरे दादा, कुछ दिन पहले 6-7 ऑफिसर मैस में बैठे इस बात पर बहस कर रहे थे कि औरत के साथ प्यार करना, आई मीन सोना, या यू अंडरस्टैंड मिस्टर सिंह, ये सब लव है या लेबर, आई मीन फटीग, मुशक्कत। मैं चुप रहा सी। की आखदा साहब नूं, जिन्हां फौजियां नूं 2-2 साल बाद औरत नसीब हुंदी होवे इहनूं मुशक्कत समझणगे। मैं सोचां च ही सी कि बनर्जी साहब बोले, मिस्टर सिंह, लाइक यू कोई भी फैसला नहीं कर सका। कोई कहे लेबर है, कोई कहे प्यार है, इससे आनंद आता है। तरह तरह की बातें। क्या सब्जेक्ट था, क्या तर्क हो रहा था। वाह, साहब बड़े खुशी दे मूड विच सन। फिर बोले, जब कोई फैसला ना हुआ तो वाइन सर्व कर रहे एक अर्दली को एक ऑफिसर ने पूछा, अरे तुम बता भाई, औरत के साथ प्रेम करना फटीक होता है। पहले तो अर्दली भरा जिन्हें सलूट मारना ही सीखा है, वो ऑफिसर की गपशप में क्यों बोले। जब सब कहने लगे बता भाई, तो अर्दली आहिस्ता से बोला, ये तो साहब जी को लव लू ही हुंदा होगा। जो लेबर हुंदी तो तुसी इस काम लई सानू हुक्म कर दे, और जे ताड़ियां पड़ी हैं, जो हो हल्ला हुआ है। बनर्जी साहब बहुत खुश सी। मैनू भी साहब का साथ देना पिया। इन्ने टैरीबल दिनां विच भी असी इस तरह हस लिया करदे सी। उदों ही एक घटना वापरी। हसदियां बनर्जी साहब दी निगाह दूर खेतां 'च फिरदे एक बजुर्ग ते पई। ਉਹ ਅਚਾਨਕ ਹੱਸਣਾ ਬੰਦ ਹੋ ਗਿਆ, ਜਿਹੜਾ ਚਿਹਰਾ ਤਣ ਗਿਆ। जीप ਨੂੰ ਰੋਕਣ ਦਾ ਹੁਕਮ ਦਿੱਤਾ। जीप रुक गई तो बुजुर्ग किसान कई सिट के अपनी बंबी की कोठरी वाल चला गया। मिस्टर सिंह, उसे रोको, अदरवाइज शूट है, साहब ने ऑर्डर दिता। मैं काली नाल उतर के उस बुजुर्ग की रुकण लई पुकारिया। वो रुक गया। 7 किला 1.5 किला वाट परे सी। सदन ते हौली हौली साडे वाल आउण लगा। कुछ नेड़े आया तो मैं वेख्या जोर नाल कंब रिहा सी। सिरों नंगा सी, लम्मा पतला सुक्या शरीर, दाढ़ी खुली, उपर दी गातरे वाल छोटी किरपान, तेड़ कछैरा। अपना गातरा ठीक करन लग पिया। शायद साहब कड़किया, दोनों हाथ उपर, दोवें हाथ साडे तिक्कर आया। बाबा तैनू पता नहीं, करफ्यू च बाहर नहीं निकलना। ओदी हालत देख के मैं नरमी नाल कहा। वो बोलिया कुछ ना, दोवें हाथ जोड़न लगा तो साहब फिर गरजिया, हाथ ऊपर। उन्हें दोनों हाथ ऊपर कर ले। चेहरे ते पलत्तन आ गई। मिस्टर सिंह, इसका किरपान उतारो। क्या बोलता तुम लोग? अमृत सच जानो, मेरे अंदर कुछ वलुंदरिया गया।
ਅਸੀਂ ਤਾਂ ਪਹਿਲੇ ਹੀ ਬਥੇਰੇ ਜ਼ੁਲਮ ਕੀਤੇ ਆ, ਹਨੱਥਿਆਂ ਨੂੰ ਗੋਲੀਆਂ ਮਾਰੀਆਂ, ਔਰਤਾਂ ਤੇ ਬੱਚਿਆਂ ਨੂੰ ਤਸੀਹੇ ਦਿੱਤੇ ਆ। ਹੁਣ ਭਲਾ ਇਸ ਬਜ਼ੁਰਗ ਦੇ ਤੇ ਸਰਕਾਰ ਨੂੰ ਕੀ ਖਤਰਾ ਹੋ ਸਕਦਾ ਹੈ? ਮੇਰੇ ਲਈ ਇਹ ਬੜਾ ਕਸ਼ਟ ਦੇਣ ਵਾਲਾ ਹੁਕਮ ਸੀ। ਮਨ ਕਹਿੰਦਾ ਸੀ ਨਾ ਕਰਦੇ ਆ, ਪਰ ਆਰਮੀ ਡਿਸਿਪਲਿਨ ਸੀਨੀਅਰ ਅਫਸਰ ਦਾ ਹੁਕਮ ਅੱਡੀਆਂ ਵਜਾ ਕੇ ਯੈਸ ਸਰ ਕਹਿਣਾ ਪਿਆ। ਮੈਨੂੰ ਉਹਦੀ ਕਿਰਪਾਨ ਉਤਾਰਨੀ ਪਈ। ਬਿਰਧ ਦੀਆਂ ਅੱਖਾਂ 'ਚ ਮੈਂ ਬੇਵੱਸੀ ਦੇ ਹੰਝੂ ਵੇਖੇ। ਚਿੱਤ ਬਹੁਤ ਭੈੜਾ ਹੋਇਆ। ਸਣੇ ਗਾਤਰਿਓ ਕਿਰਪਾਨ ਮੈਂ ਸਾਹਿਬ ਅੱਗੇ ਪੇਸ਼ ਕਰਤੀ। गाड़ी में रखो, हुक्म होया। मैं किरपान जीप दी सामनी सीट ते रखती। मन च कहा, हे वाहिगुरू मैनू माफ करे, हम तुमको खालिस्तान देगा, ब्लडी रास्कल। साहब गरजिया, ते परे क्या देखता है, भाग जा नहीं तो गोली मार दूंगा। बुजुर्ग कहीं मोढे ते धर के काली थिड़कदे पैरां नाल तुर पिया। कमान साहब ने हुक्म दिता ते मैं आके कि जीप च बैठ गया। ਅਸੀਂ ਫੌਜੀ ਲੋਕ ਬੀਤੀ ਘਟਨਾ ਨੂੰ ਬੜੀ ਜਲਦੀ ਭੁਲਾਉਣ ਦਾ ਯਤਨ ਕਰਨ ਲੱਗੇ। ਬੈਨਰਜੀ ਸਾਹਿਬ ਮੂੰਹ ਨਾਲ ਸੀਟੀ ਵਜਾ ਕੇ ਕਿਸੇ ਗਾਣੇ ਦੀ ਧੁਨ ਵਜਾਉਣ ਲੱਗ ਪਿਆ। ਮੇਰੇ ਹੱਥ ਨੂੰ ਸੀਟ ਤੇ ਪਈ ਕਿਰਪਾਨ ਦਾ ਸਿਰਾ ਛੂ ਗਿਆ। ਮਨ ਹੋਰ ਵੀ ਦੁਖੀ ਹੋਇਆ। ਬਜ਼ੁਰਗ ਅੱਖਾਂ ਮੂਹਰੇ ਆ ਖੜਾ ਹੋਇਆ। तभी बैनर्जी साहब बोलिया, परसों करके आए, मुझे बताने लगे अतवादियों ने एक खालिस्तानी बम बनाया, जब वो चलेगा पंजाब के सारे हिंदू मारे जाएंगे, सिख बच जाएंगे। मैंने हैरानी से पूछा, ये कैसे हो सकता है? संभव नहीं है, बम तो आखिर बम है। नॉट पॉसिबल, बम फटने से तो सभी मारे जाएंगे, मर्द, औरतें, बच्चे, हिंदू, सिख, मुस्लिम। बम सेकुलर होते हैं, वो फिरका प्रस्त नहीं होते। सिख अकेले कैसे बचेंगे? जानते हो क्या उन्हें? कहा हम जैसे कणक के खेत में दवाई छिड़कते हैं, नदीन और दूसरी बूटियां मर जाती हैं, कणक के पौधे बच जाते हैं, ऐसी सिख बच जाएगा। क्या बात है, क्या दलील है? वो फिर हो करके हंस पिया। मैनू हसन आया। मेरे हथ नाल छू रही किरपान मेरे अंदरों पुछ रही सी। साहब हैरान होया, इन्नी वधिया गल ते सिंह हसिया क्यों नहीं? मैनू आंदा, ए व्हाट हैपेंड, की वापर? तुम तो सिंह हो, पंजाब को शेर लाइन, हम बंगाल का दिमाग, तुम पंजाब का ताकत। ये नदीन क्या होता है? व्हाट इज नदीन? मेजर चुप कर गया। घड़ी वेखी, बाहर पैंदे मींह वल वेख्या। ਅਸੀਂ बड़ी उत्सुकता नाल मैंगल सिंह ਦੀਆਂ ਗੱਲਾਂ ਦੀਆਂ ਹਰਕਤਾਂ ਵੇਖ ਰਹੇ ਸੀ। ਉਹ ਫਿਰ ਬੋਲਿਆ। ਮੇਰਾ ਮੂਡ ਵੇਖ ਕੇ ਸਭ ਚੁੱਪ ਕਰ ਗਿਆ। ਕੁਛ ਦੇਰ ਚੁੱਪ ਵਿੱਚ ਹੀ ਕੋਈ ਧੁਨ ਗੁਣਗੁਣਾਉਂਦਾ ਰਿਹਾ। ਫਿਰ ਉਹਨੇ ਕਿਹਾ, ਜੀਪ ਮੋੜੋ, ਆਈ ਮੀਨ ਗੈਟ ਬੈਕ। ਜੀਪ ਘੁੰਮ ਗਈ। ਮੇਰੇ ਵੱਲ ਤੱਕ ਕੇ ਫਿੱਕਾ ਜਿਹਾ ਮੁਸਕਰਾਇਆ। ਪੰਜਾਬ ਕਾ ਸ਼ੇਰ, ਲਾਈਨ ਆਫ ਪੰਜਾਬ, ਉਹਨੇ ਮੂੰਹ 'ਚ ਹੀ ਕਿਹਾ, ਹੋਰ ਕੁਛ ਨਾ ਬੋਲਿਆ। यू नो, तुम पंजाबी कितने बहादुर। काफी देर चुप रहन पिछो साहब मेरे वाल तकिया। मैं कुछ ना बोलिया। यस सर, नो सर भी ना कह सकिया। साहब आप ही दसन लगा। एक बार स्वीडन सरकार ने गाय भैंस का दूध निकालने का कंपटीशन करवाया। क्या बोलता है, तुम लोग दूध चोने का? ये जो को पहला भी कई बार सुना चुकिया सी। अफसर होने दे लिहाज कारण मैं चुपचाप सुनन लगा। सब मुल्क का गवाला लोग गया वहां, पंजाब से भी गया। माखन सिंह। मुकाबला शुरू हुआ। इटली के गवाले ने 15 मिनट में 20 किलो दूध निकाल दिया। ऑस्ट्रेलिया के गवाले ने 15 मिनट में 22 किलो दूध निकाल दिया। जर्मनी के गवाले ने 15 मिनट में 25 किलो दूध निकाल दिया। पंजाब के माखन सिंह का बर्तन देखा तो सब हैरान। 15 मिनट में केवल 1 किलो दूध, ओनली 1 किलो। पत्रकार हैरान, मुकाबला करवाने वाले हैरान। उन्होंने पूछा, मिस्टर माखन सिंह, आपका तो बड़ा नाम था, आप तो मात खा गए, क्या हुआ? माखन सिंह बोला, की करिए जी, मात ਤਾਂ ਖਾਣੀ ਹੋਈ। ਉਹਨਾਂ ਨੇ ਮੈਨੂੰ ਚੋਣ ਲਈ ਇੱਕ ਝੋਟਾ ਦੇ ਦਿੱਤਾ ਸੀ। ਕਿਸੇ ਮੁਲਕ ਦਾ ਗਵਾਲਾ ਝੋਟਾ ਚੋ ਕੇ ਵਿਖਾਏ ਤਾਂ ਜਾਣਾ। ਮੇਜਰ ਦੀਆਂ ਗੱਲਾਂ ਸੁਣ ਕੇ ਇੱਕ ਵਾਰ ਸਾਡਾ ਵੀ ਹਾਸਾ ਨਿਕਲ ਗਿਆ। ਤੁਸੀਂ ਹੱਸ ਰਹੇ ਹੋ? ਮੇਜਰ ਬੋਲਿਆ, ਗੱਲ ਅਜਿਹੀ ਹੈ, ਪਰ ਮੈਂ ਉਸ ਵਕਤ ਦਿਮਾਗੀ ਤੌਰ ਤੇ ਪਰੇਸ਼ਾਨ ਸੀ, ਫੇਰ ਨਹੀਂ ਹੱਸ ਸਕਿਆ। साहब नाराज होया। मैं भी महसूस किया दिखावे की खातर ही सही, साहब की खुशी च शरीक होना चाहिए सी। सॉरी सर, मैं क्या ते बिना कारण हसन लग पिया।
ਅਸੀਂ ਉਸ ਖੇਤ ਕੋਲ ਆ ਗਏ ਸੀ ਜਿੱਥੇ ਉਹਨੇ ਬਜ਼ੁਰਗ ਦੀ ਕਿਰਪਾਨ ਉਤਾਰ ਲੈਣ ਦਾ ਹੁਕਮ ਦਿੱਤਾ ਸੀ। ਸਾਹਿਬ ਨੇ ਰੁਕਣ ਲਈ ਕਿਹਾ। ਜੀਪ ਰੁਕ ਗਈ। ਉਤਰ ਕੇ ਇੱਧਰ ਉੱਧਰ ਝਾਕਿਆ। ਮੈਂ ਸਾਥ ਦਿੱਤਾ। ਬੋਲਿਆ, ਕਿੱਧਰ ਗਿਆ ਬੋਧ ਸਿੰਘ? ਆਈ ਡੋਂਟ ਨੋ ਸਰ, ਮੈਂ ਕਿਹਾ। ਜਾ ਉਸੇ ਖੋਜ ਕਰ ਲਾ, ਸਰਚ ਹਿਮ, ਉਹਨੇ ਹੁਕਮ ਦਿੱਤਾ। ਬਟ ਸਰ, ਮੈਂ ਦੁਬਦਾ ਸੀ। ਆਈ ਵਾਂਟ ਹਿਮ ਹੀਅਰ ਐਟ ਐਨੀ ਕਾਸਟ। ਬੜਾ ਸਖਤ ਹੁਕਮ ਸੀ। ਮੈਂ ਉਹਦੇ ਗੁੱਸੇ ਤੋਂ ਵੀ ਵਾਕਫ ਸੀ। ਹਰ ਹਾਲਤ 'ਚ ਮੈਨੂੰ ਉਸ ਬਜ਼ੁਰਗ ਨੂੰ ਲੱਭਣਾ ਪੈਣਾ ਸੀ। ਮਨ 'ਚ ਇੱਕ ਧੁੜਕੂ ਸੀ, ਹੁਣ ਕੋਈ ਆਫਤ ਆਏਗੀ, ਸ਼ਾਇਦ ਇਹ ਬਜ਼ੁਰਗ ਨੂੰ ਮਿਲਟਰੀ ਕੈਂਪ 'ਚ ਲੈ ਜਾਏ, ਉੱਥੇ ਹੋਰ ਟਾਰਚਰ ਕਰੇ ਤੇ ਕਹੇ ਮੈਂ ਤੁਹਾਨੂੰ ਖਾਲਿਸਤਾਨ ਦੇ ਰਿਹਾ। ਖੇਤਾਂ ਤੋਂ ਪਰੇ ਕੁਝ ਮਕਾਨ ਸਨ, ਕੱਚੇ ਪੱਕੇ। ਮੈਂ ਉੱਧਰ ਗਿਆ। ਘਰਾਂ ਦੇ ਦਰਵਾਜ਼ੇ ਬੰਦ, ਖਿੜਕੀਆਂ ਬੰਦ। ਕੋਈ ਡਰਦਾ ਦਰਵਾਜ਼ਾ ਨਾ ਖੋਲੇ। ਫਿਰ ਵੀ ਮਿੰਨਤਾਂ ਤਰਲੇ ਕਰਕੇ ਮੈਂ ਉਸ ਬਜ਼ੁਰਗ ਕਿਸਾਨ ਦੇ ਘਰ ਦਾ ਪਤਾ ਲਾ ਲਿਆ। ਉਹਨੂੰ ਘਰੋਂ ਬਾਹਰ ਲਿਆਂਦਾ। ਉਹ ਕੰਬੀ ਜਾਵੇ ਤੇ ਹੱਥ ਜੋੜੀ ਜਾਵੇ, ਮੇਰੇ ਪੈਰੀਂ ਪਈ ਜਾਵੇ ਤੇ ਆਖੀ ਜਾਵੇ, ਮੈਂ ਕੀ ਜਾਣਦਾ ਜੀ, ਮੈਨੂੰ ਕੀ ਪਤਾ ਜੀ, ਅਸੀਂ ਤਾਂ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ ਹਾਂ। ਮੈਨੂੰ ਬੜੀ ਸ਼ਰਮ ਆਈ। ਵਰਦੀ ਦਾ ਫਰਕ ਸੀ, ਉਂਝ ਜੋ ਮੇਰੇ ਪਿਓ ਦੇ ਬਰਾਬਰ ਸੀ। ਮੈਂ ਉਹਨੂੰ ਸਮਝਾਇਆ, ਸਾਹਬ ਬੁਲਾ ਰਿਹਾ, ਡਰਨ ਵਾਲੀ ਕੋਈ ਗੱਲ ਨਹੀਂ। ਉਹ ਮੰਨੇ ਹੀ ਨਾ, ਆਖੀ ਜਾਵੇ ਮੈਨੂੰ ਫੜਨਾ ਏ ਜੇ, ਮੇਰੇ ਬੱਚੇ ਰੁੱਲ ਜਾਣਗੇ, ਮੇਰਾ ਘਰ, ਮੇਰੇ ਖੇਤ ਬਰਬਾਦ ਹੋ ਜਾਣਗੇ। ਮੇਰਾ ਵੱਡਾ ਕਾਕਾ ਕਿੰਨੇ ਦਿਨਾਂ ਦਾ ਲਾਪਤਾ ਹੈ। ਉਹ ਰੋਣ ਲੱਗ ਪਿਆ। ਫਿਰ ਵੀ ਮੈਂ ਉਹਨੂੰ ਕਿਵੇਂ ਨਾ ਕਿਵੇਂ ਖਿੱਚ ਕੇ ਸਾਹਿਬ ਕੋਲ ਲੈ ਗਿਆ। ਵੈਰੀ ਬੈਡ। ਉਹਦੀ ਹਾਲਤ ਵੇਖ ਕੇ ਸਾਹਿਬ ਨੇ ਭੈੜਾ ਜਿਹਾ ਮੂੰਹ ਬਣਾਇਆ। ਮਿਸਟਰ ਸਿੰਘ, ਇਹ ਪੰਜਾਬ ਦਾ ਸ਼ੇਰ ਹੈ। ਉਹ ਬਜ਼ੁਰਗ ਦੇ ਕੋਲ ਗਿਆ, ਉਹਦੇ ਮੋਢੇ ਨੂੰ ਥਪਥਪਾਇਆ, ਕਹਿੰਦਾ, ਅਰੇ ਤੁਮ ਲੋग ਤੋਂ सांड का दूध निकाल सकता है, काहे डरता है? फिर उन्हें मैंने बुलाया, हुक्म देता, वो कृपान लेके आओ। अमृत। मैं जीप चो कृपान ले आया। फिर हुक्म आया, जैसे उतारा था वैसे ही पहना दे। मैं साहब वाल बेविश्वासी नाल झाकिया। पहना दे दादा, साहब ने जिवें रिक्वेस्ट कीती होवे। मैं उवें ही किरपान पहना दित्ती। बजुर्ग भबतरिया जिहा साडे वल वेखण लगा। चेहरे ते कुछ रौनक परत आई। मैं भी साहब वाल शुकराने भरियां निगाहां नाल तक्किया। ਉਹ ਮੁੱਛਾਂ 'ਚ ਜ਼ਰਾ ਕੁ ਮੁਸਕਰਾਇਆ। ਨਾਓ ਕਮ ਔਨ ਮਿਸਟਰ ਸਿੰਘ, ਆਖ ਕੇ ਸਾਹਿਬ ਜੀਪ 'ਚ ਜਾ ਬੈਠਾ। ਪਹਿਲਾਂ ਮੂੰਹ ਨਾਲ ਸੀਟੀ ਵਜਾਉਂਦਾ ਰਿਹਾ, ਫਿਰ ਮੈਨੂੰ ਇੱਕ ਹੋਰ ਜੋਕ ਸੁਣਾਉਣ ਲੱਗਾ। ਮੇਜਰ ਚੁੱਪ ਕਰ ਗਿਆ। ਸਾਡੇ ਦੋਹਾਂ ਵੱਲ ਵਾਰੀ-ਵਾਰੀ ਝਾਕਿਆ, ਫਿਰ ਪੁੱਛਿਆ, ਹੁਣ ਅਜਿਹੇ ਫੌਜੀ ਆਫੀਸਰ ਬਾਰੇ ਆਪਣੇ ਮਨ ਵਿੱਚ ਕੀ ਸੋਚੋਗੇ ਤੁਸੀਂ? ਬਾਹਰ ਮੀਂਹ ਥੰਮ ਗਿਆ ਸੀ, ਬੱਦਲ ਪਾਟਣ ਲੱਗ ਪਏ ਸੀ। ਇੱਕ ਨੁੱਕਰ ਵਿੱਚੋਂ ਨੀਲਾ ਅਸਮਾਨ ਝਾਕਣ ਲੱਗ ਪਿਆ ਸੀ। ਜਾਣ ਲਈ ਮੇਜਰ ਉੱਠ ਖੜਾ ਹੋਇਆ। ਥੈਂਕ ਯੂ ਫॉर द ਟੀ ਐਂਡ ਸ਼ੈਲਟਰ, ਆਖ ਕੇ ਉਹਨੇ ਫੌਜੀ ਵਾਂਗ ਸਲੂਟ ਕੀਤਾ ਤੇ ਤੁਰ ਗਿਆ। ਬੈਨਰਜੀ ਸਾਹਿਬ ਬਾਰੇ ਮੈਂ ਬੜੇ ਦਿਨ ਸੋਚਦਾ ਰਿਹਾ ਤੇ ਮੇਜਰ ਦਾ ਪ੍ਰਸ਼ਨ, ਹੁਣ ਅਜਿਹੇ ਫੌਜੀ ਆਫੀਸਰ ਬਾਰੇ ਆਪਣੇ ਮਨ 'ਚ ਕੀ ਸੋਚੋਗੇ ਤੁਸੀਂ, ਲਗਾਤਾਰ ਮੈਨੂੰ ਬੇਚੈਨ ਕਰ ਰਿਹਾ। ਕਦੇ-ਕਦੇ ਮੈਨੂੰ ਉਹ ਬਰੂਦੀ ਤਾਕਤਾਂ ਦੇ ਹੱਥਾਂ 'ਚ ਖੇਡਦਾ ਮੋਹਰਾ ਜਾਪਦਾ, ਕਦੇ ਮੈਨੂੰ ਉਹ ਰੁੱਖੀ ਅੱਖੜ ਅਸੁਰੱਖਿਆ ਭਰੀ ਫੌਜੀ ਜ਼ਿੰਦਗੀ 'ਚ ਜਿਉਂਦਾ ਸੁਨਹਿਰੀ ਦਿਲ ਵਾਲਾ ਇਨਸਾਨ ਜਾਪਦਾ ਹੈ। ਸੱਚ ਹੀ ਮੈਂ ਕੋਈ ਫੈਸਲਾ ਨਹੀਂ ਕਰ ਸਕਿਆ। ਭਲਾ ਅਜਿਹੇ ਫੌਜੀ ਅਫਸਰ ਬਾਰੇ ਤੁਸੀਂ ਕੀ ਸੋਚਦੇ ਹੋ? ਧੰਨਵਾਦ।